कोविड तो डर के अपनी नॉर्मल लाइफ ही जीनी भुल गए और अपने अपने घरां 'च बैठ गए हैं। ਸਾਂਝੀ करना चाह रहे हो ਜਿਹੜੀ ਤੁਸੀਂ ਕਹਿ ਰਹੇ ਹੋ ਕਿ ਬਹੁਤ ਕਰੋੜਾਂ ਦੀ ਵੈਲਿਊ ਹੈਗੀ ਹੈ ਜਿਹਦੀ ਜਾਣਕਾਰੀ ਦੀ। ਹੈ ਲੋਕਾਂ ਨੂੰ ਇੱਕ ਬੜੀ ਇੰਪੋਰਟੈਂਟ ਚੀਜ਼ ਜਿਹੜੀ ਸੋਸਾਇਟੀ ਦੇ ਵਿੱਚ ਮਿਸਿੰਗ ਹੈ ਉਹ ਹੈ ਨੌਲੇਜ ਅਬਾਊਟ ਵਿਟਾਮਿਨ ਡੀ। ਸਾਡੀ ਬਾਡੀ ਦੇ ਵਿੱਚ ਕਿੰਨਾ ਜ਼ਰੂਰੀ ਹੈ ਕੋਵਿਡ ਇਨਫੈਕਸ਼ਨ ਨੂੰ ਫਾਈਟ ਕਰਨ ਲਈ, ਇਹ ਲੋਕਾਂ ਨੂੰ ਕਿਸੇ ਨੂੰ ਨਹੀਂ ਪਤਾ। ਕੋਈ ਵੀ ਵਾਇਰਲ ਇਨਫੈਕਸ਼ਨ ਹੋਵੇ, ਸਿਰਫ ਕੋਵਿਡ ਨਹੀਂ, ਐਨੀ ਵਾਇਰਲ ਇਨਫੈਕਸ਼ਨ ਨੂੰ ਪ੍ਰੀਵੈਂਟ ਕਰਨ ਲਈ, ਫਾਈਟ ਕਰਨ ਲਈ ਰੈਡੀ ਕਰਦਾ। ਔਰ ਜਿਹੜੀ ਧੁੱਪ ਹੈ ਉਹ ਤੁਹਾਡੀ ਸਕਿਨ ਤੇ ਪੈਣੀ ਚਾਹੀਦੀ ਹੈ ਤਾਂ ਤੁਹਾਡਾ ਵਿਟਾਮਿਨ ਡੀ ਜਿਹੜਾ ਹੈਗਾ ਉਹ ਪੂਰਾ ਹੋ ਜਾਏਗਾ। ਇਹਦਾ ਇੱਕ ਸ਼ੀਸ਼ੀ ਆਉਂਦੀ ਹੈ, ਉਹਦੇ 60,000 ਯੂਨਿਟਸ ਹੈਗੇ ਆ, ਉਹ ਤੁਸੀਂ ਇੱਕ ਬੋਟਲ ਹਰ ਹਫਤੇ ਲੈ ਸਕਦੇ ਹੋ ਔਰ ਤੁਹਾਡਾ ਜਿਹੜਾ ਵਿਟਾਮਿਨ ਡੀ ਲੈਵਲ ਠੀਕ ਹੋ ਜਾਏਗਾ। ਇਨਸਾਨ ਹੈ ਉਹਦੇ ਨਾਲੋਂ ਬਹੁਤ ਜ਼ਿਆਦਾ ਵੱਡੇ ਫਾਈਟਰ ਬਣ ਜਾਂਦੇ ਆ ਇਸ ਕੋਵਿਡ ਛੱਡੋ ਕਿਸੇ ਵੀ ਤਰੀਕੇ ਦੇ ਵਾਇਰਸ ਨਾਲ ਫਾਈਟ ਕਰਨ ਲਈ। ਕੀ ਤੁਸੀਂ ਸਿੱਧੇ ਸ਼ਬਦਾਂ 'ਚ ਇਹੀ ਕਹਿ ਰਹੇ ਹੋ? ਈਵਨ ਅਸੀਂ ਆਪਣੇ ਡਾਕਟਰਸ ਦੇ ਗਰੁੱਪ ਦੇ ਵਿੱਚ ਦੇਖਿਆ ਕਿ 12 ਲੋਕਾਂ ਨੂੰ ਇਨਫੈਕਸ਼ਨ ਹੋਈ, ਜਿਹੜੇ 4 ਲੋਕਾਂ ਨੂੰ ਇਨਫੈਕਸ਼ਨ ਨਹੀਂ ਹੋਈ ਉਹਨਾਂ ਦਾ ਵਿਟਾਮਿਨ ਡੀ ਲੈਵਲ ਨਾਰਮਲ ਸੀਗਾ। ਇਨਸਾਨ ਜਿਹੜੇ ਵੀ ਪੇਸ਼ੈਂਟ ਨੂੰ ਕੋਵਿਡ ਹੋ ਜਾਂਦਾ ਹੈ ਤੇ ਕੀ ਡਿਊਰਿੰਗ ਉਹਦੇ ਇਲਾਜ ਦੇ ਡਿਊਰਿੰਗ ਵੀ ਕੀ ਉਹਨੂੰ ਵਿਟਾਮਿਨ ਡੀ ਦਿੱਤਾ ਜਾਂਦਾ ਹੈ? ਉਹਦੀ ਜਿਹੜੀ ਫਾਈਟਿੰਗ ਕੈਪੈਸਿਟੀ ਹੈ ਵੱਧ ਜਾਂਦੀ ਹੈ। ਜਿਹੜਾ 90% ਤੁਹਾਡਾ ਵਿਟਾਮਿਨ ਡੀ ਹੈ ਉਹ ਸਨ ਤੋਂ ਆਉਣਾ ਹੈ ਜੀ। ਡਾਈਟ ਦੇ ਵਿੱਚ ਬਹੁਤ ਘੱਟ ਪਾਇਆ ਜਾਂਦਾ ਹੈ। 25-30 ਰੁਪਏ ਦੀ ਬੋਟਲ ਹੈ, ਇਹਦੇ 60,000 ਯੂਨਿਟ ਹੈ। ਤੁਹਾਡੀ ਇੱਕ ਹਫਤੇ ਦੀ ਡੋਜ਼ ਹੈਗੀ ਹੈ, ਤੁਸੀਂ ਕਿਸੇ ਵੀ ਫਾਰਮੇਸੀ ਸਟੋਰ ਤੋਂ ਲੈ ਸਕਦੇ ਹੋ। ਜੇ ਕੋਵਿਡ ਨਾਲ ਲੜਾਈ ਲੜਨੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਇੰਡੀਆ ਦੇ ਲੋਕਾਂ ਨੂੰ ਆਪਣਾ ਵਿਟਾਮਿਨ ਡੀ ਆਪਣਾ ਪੂਰਾ ਕਰਨਾ ਚਾਹੀਦਾ ਹੈ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहा है तो अज का जिहड़ा रूबरू होने का मुद्दा है वो है कोविड। जी हाँ, कोविड का एक खौफ इहो जिहा फैलिया होया बाजार दे विच दुनिया दे विच कि असी सारे कोविड तो डर के अपनी नॉर्मल लाइफ ही जीनी भुल गए और अपने अपने घरां 'च बैठ गए हैं। पर इस कोविड के डर तो कदों बाहर निकलांगे, किद्दां बाहर निकलिया जा सकता है, ਇਹ ਇੱਕ ਬਹੁਤ ਵੱਡੀ ਅੱਜ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ। ਜੇ ਉਹ ਛੋਟੀ ਜਿਹੀ ਜਾਣਕਾਰੀ ਤੁਸੀਂ ਅਡੋਪਟ ਕਰਕੇ ਲਾਈਫ 'ਚ ਢਾਲ ਕੇ ਕਿਹਾ ਜਾ ਰਿਹਾ ਕਿ ਜੇ ਉਹਨੂੰ ਤੁਸੀਂ ਆਪਣੀ ਲਾਈਫ 'ਚ ਢਾਲ ਲੈਂਦੇ ਹੋ ਤਾਂ ਬਹੁਤ ਆਪਣੇ ਆਪ ਨੂੰ ਤੁਸੀਂ ਕਾफ़ी ਹੱਦ ਤੱਕ ਕੋਵਿਡ ਦੇ ਇਸ ਵਾਇਰਸ ਤੋਂ ਸੁਰੱਖਿਅਤ ਮਹਿਸੂਸ ਕਰ ਲਓਗੇ। ਔਰ ਇਸ ਸਾਰੀ ਜਾਣਕਾਰੀ ਲਈ ਅਸੀਂ ਅੱਜ ਤੁਹਾਨੂੰ ਮਿਲਾ ਰਹੇ ਹਾਂ ਡਾਈਟ ਕੰਸਲਟੈਂਟ ਐਂਡ ਡਾਕਟਰ ਜਿਹੜੇ ਹੈ ਡਾਕਟਰ ਉਪਮਾ ਰਲਹਨ, ਜੋ ਕਿ ਤੁਹਾਨੂੰ ਕੁਝ ਇਹੋ ਜਿਹੇ ਨੋਰਮਲ ਟਿਪਸ ਦੇ ਰਹੇ ਆ, ਆਪਣੀ ਇੰਨੀ ਸਾਲਾਂ ਦੀ ਰਿਸਰਚ ਦੱਸ ਰਹੇ ਆ ਜਿਹੜੀ ਕਿ ਤੁਹਾਡੇ ਲਈ ਨਾ ਤਾਂ ਉਹਦੀ ਕੋਈ ਬਹੁਤ ਜ਼ਿਆਦਾ ਕੋਈ ਕੋਸਟਲੀ ਹੈ ਔਰ ਨੋਰਮਲ ਨੈਚੁਰਲ ਇਹੋ ਜਿਹੇ ਤੁਹਾਨੂੰ ਜਿਹੜੇ ਇੱਕ ਟਿਪਸ ਦਿੱਤੇ ਜਾ ਰਹੇ ਜਿਹਨੂੰ ਤੁਸੀਂ ਆਪਣੀ ਨੋਰਮਲ ਰੂਟੀਨ 'ਚ ਸਿਰਫ ਅਡੋਪਟ ਕਰਕੇ ਆਪਣੇ ਆਪ ਨੂੰ ਇਸ ਭਿਆਨਕ ਮਹਾਮਾਰੀ ਤੋਂ ਜਾਂ ਵਾਇਰਸ ਤੋਂ ਬਚਾ ਵੀ ਸਕਦੇ ਹੋ ਔਰ ਆਪਣੀ ਨੋਰਮਲ ਰੂਟੀਨ 'ਚ ਵਾਪਸ ਆ ਸਕਦੇ ਹੋ। ਨਮਸਕਾਰ ਮੈਮ। ਨਮਸਕਾਰ ਜੀ। ਨਮਸਕਾਰ ਮੈਮ। ਕੀ ਤੁਸੀਂ ਅੱਜ ਜਾਣਕਾਰੀ ਜਿਹੜੀ ਹੈਗੀ ਸਾਂਝੀ ਕਰਨਾ ਚਾਹ ਰਹੇ ਹੋ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਬਹੁਤ ਕਰੋੜਾਂ ਦੀ ਵੈਲਿਊ ਹੈਗੀ ਹੈ ਜਿਹਦੀ ਜਾਣਕਾਰੀ ਦੀ? ਦੇਖੋ, ਮੈਂ ਕਾਫੀ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਆਪਣੇ ਫਰੈਂਡਸ ਨਾਲ, ਫੈਮਿਲੀ ਨਾਲ, ਨੇਬਰਸ ਨਾਲ, ਕਿ ਸਭ ਨੂੰ ਇਹ ਤਾਂ ਪਤਾ ਵੀ ਵਿਟਾਮਿਨ ਸੀ ਲੈਣਾ ਹੈ, ਜ਼ਿੰਕ ਲੈਣਾ ਹੈ। ਪਰ ਮੈਂ ਆਪਣੀ ਜਿਹੜੀ ਦੇਖਿਆ ਲੋਕਾਂ ਨੂੰ ਇੱਕ ਬੜੀ ਇੰਪੋਰਟੈਂਟ ਚੀਜ਼ ਜਿਹੜੀ ਸੋਸਾਇਟੀ ਦੇ ਵਿੱਚ ਮਿਸਿੰਗ ਹੈ ਉਹ ਹੈ ਨੌਲੇਜ ਅਬਾਊਟ ਵਿਟਾਮਿਨ ਡੀ। ਵਿਟਾਮਿਨ ਡੀ ਜਿਹੜਾ ਹੈ ਉਹ ਸਾਡੀ ਬਾਡੀ ਦੇ ਵਿੱਚ ਕਿੰਨਾ ਜ਼ਰੂਰੀ ਹੈ ਕੋਵਿਡ ਇਨਫੈਕਸ਼ਨ ਨੂੰ ਫਾਈਟ ਕਰਨ ਲਈ, ਇਹ ਲੋਕਾਂ ਨੂੰ ਕਿਸੇ ਨੂੰ ਨਹੀਂ ਪਤਾ। ਮੈਂ ਆਪਣੀ ਕਲੀਨਿਕ ਜਿਹੜੀ ਚਲਾ ਰਹੀ ਹਾਂ ਉਹਦੇ 'ਚ ਅਸੀਂ ਟੈਸਟ ਕਰਾਉਂਦੇ ਹਾਂ ਨਾਰਮਲ ਵਿਟਾਮਿਨ ਡੀ ਦਾ, ਅਤੇ ਉਹਦੇ ਵਿੱਚ ਜਿਹੜਾ ਹੈਗਾ 95% ਲੋਕਾਂ ਦਾ ਵਿਟਾਮਿਨ ਡੀ ਜਿਹੜਾ ਹੈ ਘੱਟ ਆਉਂਦਾ ਐਂਡ 9 ਤੋਂ ਘੱਟ ਆਉਂਦਾ। ਅਤੇ ਅਸੀਂ ਜਿਹੜੀ ਹੁਣ ਇੰਟਰਨੈਸ਼ਨਲ ਡਿਊਰਿੰਗ ਕਰੋਨਾ ਇਹ ਰਿਸਰਚ ਹੋਈ ਹੈ ਕਿ ਵਿਟਾਮਿਨ ਡੀ ਜਿਹੜਾ ਹੈਗਾ ਤੁਹਾਨੂੰ ਵਾਇਰਲ ਦੀ ਇਨਫੈਕਸ਼ਨ, ਕੋਈ ਵੀ ਵਾਇਰਲ ਇਨਫੈਕਸ਼ਨ ਹੋਵੇ, ਸਿਰਫ ਕੋਵਿਡ ਨਹੀਂ, ਐਨੀ ਵਾਇਰਲ ਇਨਫੈਕਸ਼ਨ ਨੂੰ ਪ੍ਰੀਵੈਂਟ ਕਰਨ ਲਈ, ਫਾਈਟ ਕਰਨ ਲਈ ਰੈਡੀ ਕਰਦਾ। तो विटामिन डी का जोड़ा हैगा नॉर्मल होना साडे बॉडी ਲਈ सब तो इंपॉर्टेंट है। और जे ਤੁਹਾਨੂੰ ये डिजीज़ हो भी जाता है तो जो विटामिन डी है वो जी इन्फेक्शन ਨੂੰ प्रिवेंट करन च भी हैल्प करता है, इन्फ्लेमेशन भी घटाता है। तो विटामिन डी ਨੂੰ ਜਿਹੜਾ पूरा करना है बहुत जरूरी है। ਉਹਦੇ ਲਈ कोई बहुत ਵੱਡਾ ਤੁਹਾਨੂੰ कोई बहुत ਵੱਡੇ कोई तरीके नहीं ਲੈਣੇ ਜਾਂ बहुत ਵੱਡਾ कोई समान नहीं खरीदना है। ਤੁਹਾਨੂੰ सिर्फ धुप ਦੇ ਵਿੱਚ बैठना है,
ਜੇ ਤੁਸੀਂ ਰੋਜ਼ ਅੱਧਾ ਘੰਟਾ ਸਵੇਰੇ 10 ਵਜੇ ਤੋਂ ਲੈ ਕੇ ਕੋਈ 10 ਤੋਂ 12 ਦੇ ਵਿੱਚ ਕਿਸੇ ਵੀ ਟਾਈਮ 'ਤੇ ਅੱਧਾ ਘੰਟਾ ਧੁੱਪ ਦੇ ਵਿੱਚ ਬੈਠਦੇ ਹੋ, ਔਰ ਜਿਹੜੀ ਧੁੱਪ ਹੈ ਉਹ ਤੁਹਾਡੀ ਸਕਿਨ 'ਤੇ ਪੈਣੀ ਚਾਹੀਦੀ ਹੈ, ਤਾਂ ਤੁਹਾਡਾ ਵਿਟਾਮਿਨ ਡੀ ਜਿਹੜਾ ਹੈਗਾ ਉਹ ਪੂਰਾ ਹੋ ਜਾਏਗਾ, ਔਰ ਤੁਹਾਡੀ ਬੋਡੀ ਇਹ ਰੈਸਪੀਰੇਟਰੀ ਡਿਜ਼ੀਜ਼ ਨੂੰ ਫਾਈਟ ਕਰਨ ਲਈ ਰੈਡੀ ਹੋ ਜਾਏਗੀ। ਦੇਖੋ ਬਾਹਰ ਦੇ ਕੰਟਰੀਜ਼ ਦੇ ਵਿੱਚ ਇਹ ਨੌਲੇਜ ਲੋਕਾਂ ਨੂੰ ਹੈਗੀ ਹੈ, ਲੋਕੀ ਸਪਲੀਮੈਂਟਸ ਲੈਂਦੇ ਹੈ, ਉੱਥੇ ਖਾਣੇ ਦੇ ਵਿੱਚ ਵਿਟਾਮਿਨ ਡੀ ਪਾਇਆ ਜਾਂਦਾ ਹੈ, ਲੇਕਿਨ ਇੰਡੀਆ ਦੇ ਵਿੱਚ ਇਹ ਲੋਕਾਂ ਨੂੰ ਨੌਲੇਜ ਨਹੀਂ ਹੈ ਕਿ ਸਾਡਾ ਜਿਹੜਾ ਵਿਟਾਮਿਨ ਡੀ ਹੈ ਇਹ ਪੂਰਾ ਹੋਣਾ ਚਾਹੀਦਾ ਹੈ, ਤੇ ਉਹਨਾਂ ਨੂੰ ਇਹ ਨੌਲੇਜ ਦੇਣੀ ਬਹੁਤ ਜ਼ਰੂਰੀ ਹੈ ਕਿ ਹਰ ਇੱਕ ਬੰਦੇ ਨੂੰ ਜਿਹੜਾ ਹਫਤੇ ਦੇ ਵਿੱਚ ਡਿਊਰਿੰਗ ਕਰੋਨਾ ਇਨਫੈਕਸ਼ਨ ਤੁਹਾਨੂੰ ਇੱਕ ਇਹਦਾ ਇੱਕ ਸ਼ੀਸ਼ੀ ਆਉਂਦੀ ਹੈ, ਉਹਦੇ 60,000 ਯੂਨਿਟਸ ਹੈਗੇ ਆ, ਉਹ ਤੁਸੀਂ ਇੱਕ ਬੋਟਲ ਹਰ ਹਫਤੇ ਲੈ ਸਕਦੇ ਹੋ, ਔਰ ਤੁਹਾਡਾ ਜਿਹੜਾ ਵਿਟਾਮਿਨ ਡੀ ਲੈਵਲ ਠੀਕ ਹੋ ਜਾਏਗਾ। 2 ਮਹੀਨੇ ਤੁਸੀਂ ਇੱਕ ਸੈਸ਼ੇ ਜਾਂ ਇੱਕ ਬੋਟਲ ਤੁਸੀਂ ਲੈਂਦੇ ਰਹੋ ਫॉर 2 ਮਹੀਨੇ ਲਈ, ਤਾਂ ਤੁਹਾਡਾ ਵਿਟਾਮਿਨ ਡੀ ਕਾਫੀ ਉੱਪਰ ਆ ਜਾਏਗਾ। ਉਸ ਤੋਂ ਤੁਸੀਂ ਚੈੱਕ ਕਰਾ ਸਕਦੇ ਹੋ ਔਰ ਉਹਦੇ ਹਿਸਾਬ ਨਾਲ ਤੁਸੀਂ ਉਹਨੂੰ ਠੀਕ ਕਰ ਸਕਦੇ ਹੋ। ਮੈਮ ਜੇ ਗੱਲ ਕਰੀਏ, ਤੁਸੀਂ ਬੜੀ ਵੱਡੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਹੋ, ਔਰ ਤੁਸੀਂ ਕਹਿ ਰਹੇ ਹੋ ਕਿ ਸਿਰਫ ਵਿਟਾਮਿਨ ਡੀ ਜੇ ਬੋਡੀ ਦੇ ਵਿੱਚ ਸਾਡਾ ਸੈੱਟ ਹੋ ਜਾਂਦਾ ਹੈ ਤੇ ਅਸੀਂ ਇੱਕ ਨਾਰਮਲ ਜਿਹੜਾ ਇੱਕ ਇਨਸਾਨ ਹੈ ਉਹਦੇ ਨਾਲੋਂ ਬਹੁਤ ਜ਼ਿਆਦਾ ਵੱਡੇ ਫਾਈਟਰ ਬਣ ਜਾਂਦੇ ਹੈ ਇਸ ਕੋਵਿਡ ਛੱਡੋ ਕਿਸੇ ਵੀ ਤਰੀਕੇ ਦੇ ਵਾਇਰਸ ਨਾਲ ਫਾਈਟ ਕਰਨ ਲਈ। ਕੀ ਤੁਸੀਂ ਸਿੱਧੇ ਸ਼ਬਦਾਂ 'ਚ ਇਹੀ ਕਹਿ ਰਹੇ ਹੋ? ਯੈਸ, ਕਿਉਂਕਿ ਬੇਸਿਕਲੀ ਦੇਖਿਆ ਗਿਆ ਹੁਣੀ ਜਿਹੜਾ ਕਰੋਨਾ ਦੇ ਟਾਈਮ 'ਤੇ ਜਿਹੜੀਆਂ ਸਟੱਡੀਜ਼ ਹੋਈਆਂ ਉਹਦੇ 'ਚ ਵੀ ਇਹ ਦੇਖਿਆ ਗਿਆ ਕਿ ਜਿਨ੍ਹਾਂ ਦਾ ਲੋਕਾਂ ਦਾ ਵਿਟਾਮਿਨ ਡੀ ਲੈਵਲ ਨਾਰਮਲ ਸੀਗਾ ਉਹਨਾਂ ਦਾ ਇਨਫੈਕਸ਼ਨ ਰੇਟ ਘੱਟ ਸੀਗਾ, ਔਰ ਜੇ ਇਨਫੈਕਸ਼ਨ ਹੋ ਵੀ ਗਈ ਤਾਂ ਵੀ ਬਹੁਤ ਮਾਈਲਡ ਹੋਈ। ਇਹ ਈਵਨ ਅਸੀਂ ਆਪਣੇ ਡਾਕਟਰਸ ਦੇ ਗਰੁੱਪ ਦੇ ਵਿੱਚ ਦੇਖਿਆ ਕਿ 12 ਲੋਕਾਂ ਨੂੰ ਇਨਫੈਕਸ਼ਨ ਹੋਈ, ਜਿਹੜੇ 4 ਲੋਕਾਂ ਨੂੰ ਇਨਫੈਕਸ਼ਨ ਨਹੀਂ ਹੋਈ ਉਹਨਾਂ ਦਾ ਵਿਟਾਮਿਨ ਡੀ ਲੈਵਲ ਨਾਰਮਲ ਸੀਗਾ। ਸੋ ਇਹ ਨਾਰਮਲ ਸਟੱਡੀਜ਼ ਹੋਈਆਂ ਹੈ ਕਿ ਜਿਹੜੀ ਸੀਜ਼ਨਲ ਇਨਫਲੂਐਂਜ਼ਾ ਹੈ ਜਾਂ ਵਾਇਰਲ ਇਨਫੈਕਸ਼ਨਸ ਹੈ ਇਹ ਉਹਨਾਂ ਨੂੰ ਜ਼ਿਆਦਾ ਹੁੰਦੀਆਂ ਜਿਨ੍ਹਾਂ ਦਾ ਵਿਟਾਮਿਨ ਡੀ ਲੈਵਲ ਘੱਟ ਹੁੰਦਾ, ਤੇ ਇਹਨੂੰ ਪੂਰਾ ਕਰਨਾ ਸਭ ਤੋਂ ਇੰਪੋਰਟੈਂਟ ਪਾਰਟ ਹੈ ਕਰੋਨਾ ਦੇ ਟਾਈਮ ਦੇ ਸੋ ਵਿੱਚ। ਬੇਸਿਕ ਹੋ ਗਿਆ ਇਹ। ਜੇ ਅਸੀਂ ਇੱਕ ਹੋਰ ਚੀਜ਼ ਤੁਹਾਨੂੰ ਪੁੱਛੀਏ ਕਿ ਕੀ ਤੁਸੀਂ ਇਹ ਵੀ ਕਹਿ ਸਕਦੇ ਹੋ, ਇਹ ਵੀ ਦੱਸ ਸਕਦੇ ਹੋ ਕਿ ਜਿਹੜਾ ਇਨਸਾਨ ਜਿਹੜੇ ਵੀ ਪੇਸ਼ੈਂਟ ਨੂੰ ਕੋਵਿਡ ਹੋ ਜਾਂਦਾ ਹੈ ਤੇ ਕੀ ਡਿਊਰਿੰਗ ਉਹਦੇ ਇਲਾਜ ਦੇ ਡਿਊਰਿੰਗ ਵੀ ਕੀ ਉਹਨੂੰ ਵਿਟਾਮਿਨ ਡੀ ਦਿੱਤਾ ਜਾਂਦਾ ਹੈ? ਜਾਂ ਜਿਹੜਾ ਜਦੋਂ ਇਨਫੈਕਸ਼ਨ ਹੋ ਗਿਆ ਉਹ ਕਹਿੰਦੇ ਆ ਕਿ 10,000 ਯੂਨਿਟ ਡੇਲੀ ਤੱਕ ਤੁਸੀਂ ਲੈ ਸਕਦੇ ਹੋ ਤਾਂ ਕਿ ਤੁਹਾਡਾ ਡਿਜ਼ੀਜ਼ ਪ੍ਰੋਸੈਸ ਜਿਹੜਾ ਹੈਗਾ ਉਹ ਸਲੋ ਡਾਊਨ ਹੋ ਜਾਏਗਾ। ਸੋ ਤੁਸੀਂ ਇਹ ਕਹਿ ਰਹੇ ਹੋ ਕਿ ਇੱਕ ਪੇਸ਼ੈਂਟ ਨੂੰ ਵੀ ਐਵਰੀ ਡੇ 10,000 ਯੂਨਿਟ ਦੇ ਇੱਕ ਜਿਹੜਾ ਉਹ ਪੈਕ ਹੈਗਾ ਵਿਟਾਮਿਨ ਡੀ ਦਾ ਦਿੱਤਾ ਜਾਂਦਾ ਹੈ, ਜਿਹਦੇ ਕਰਕੇ ਹੀ ਉਹ ਕਿਉਰ ਹੋ ਪਾਉਂਦਾ ਹੈ। ਜਾਂ ਉਹਦੀ ਜਿਹੜੀ ਫਾਈਟਿੰਗ ਕੈਪੈਸਿਟੀ ਹੈ ਵੱਧ ਜਾਂਦੀ ਹੈ। ਸੋ ਵਿਟਾਮਿਨ ਡੀ ਦਾ ਜਿਵੇਂ ਤੁਸੀਂ ਦੱਸਿਆ ਕਿ ਸਨ ਹੈਗਾ, ਸਨ ਤੋਂ ਇਲਾਵਾ ਹੋਰ ਕਿੱਦਾਂ ਇੱਕ ਬੋਡੀ ਦੇ ਵਿੱਚ ਵਿਟਾਮਿਨ ਡੀ ਪੂਰਾ ਕੀਤਾ ਜਾ ਸਕਦਾ ਹੈ? ਸਨ ਜਿਹੜਾ 90% ਤੁਹਾਡਾ ਵਿਟਾਮਿਨ ਡੀ ਹੈ ਉਹ ਸਨ ਤੋਂ ਆਉਣਾ ਹੈ ਜੀ। ਡਾਈਟ ਦੇ ਵਿੱਚ ਬਹੁਤ ਘੱਟ ਪਾਇਆ ਜਾਂਦਾ ਹੈ, ਤੇ ਡਾਈਟ ਦੇ ਵਿੱਚ ਤੁਸੀਂ ਜੇ ਅੰਡੇ ਖਾਂਦੇ ਹੋ, ਫਿਸ਼ ਹੈ ਤੇ ਦੁੱਧ ਹੈ, ਦਹੀਂ ਹੈ, ਪਨੀਰ ਹੈ, ਇਹਦੇ ਵਿੱਚ ਤੁਹਾਨੂੰ ਵਿਟਾਮਿਨ ਡੀ ਮਿਲੇਗਾ ਪਰ ਬਹੁਤ ਘੱਟ ਅਮਾਉਂਟ ਦੇ ਵਿੱਚ ਮਿਲੇਗਾ। ਤਾਂ ਮੇਨ ਜਿਹੜਾ ਸੋਰਸ ਹੈ ਉਹ ਸਨ ਹੀ ਹੈ। ਬਾਕੀ ਜਿਹੜੀ ਹੈਗੀ ਹੈ ਜਿਹੜਾ ਬਾਜ਼ਾਰ ਦੇ ਵਿੱਚ ਸਪਲੀਮੈਂਟਸ ਮਿਲਦੇ ਆ ਬਹੁਤ ਸਸਤੇ ਨੇ, ਜੋ ਇੱਕ ਬੋਟਲ ਹੈਗੀ ਹੈ ਮੇਰੇ ਕੋਲ ਪਈ, ਅਸੀਂ ਤਾਂ ਸਪਲੀਮੈਂਟ ਡੇਲੀ ਵੀਕਲੀ ਕਰਦੇ ਹਾਂ ਅਸੀਂ, ਤੇ ਇਹ ਜਿਹੜੀ ਹੈਗੇ 25-30 ਰੁਪਏ ਦੀ ਬੋਟਲ ਹੈ, ਇਹਦੇ 60,000 ਯੂਨਿਟ ਹੈ, ਤੁਹਾਡੀ ਇੱਕ ਹਫਤੇ ਦੀ ਡੋਜ਼ ਹੈਗੀ ਹੈ। ਤੁਸੀਂ ਕਿਸੇ ਵੀ ਫਾਰਮੇਸੀ ਸਟੋਰ ਤੋਂ ਲੈ ਸਕਦੇ ਹੋ, ਤੇ ਤੁਸੀਂ ਇਹਨੂੰ ਰੈਗੂਲਰ ਸਪਲੀਮੈਂਟ ਕਰਨਾ ਸ਼ੁਰੂ ਕਰੋ। ਸਭ ਤੋਂ ਪਹਿਲਾਂ ਜਿਹੜੇ ਬੰਦੇ ਬਾਹਰ ਜਾ ਸਕਦੇ ਆ ਉਹ ਤਾਂ ਧੁੱਪ ਲੈ ਲੈਣ, ਤੇ ਜਿਹੜੇ ਬੰਦੇ ਇਨਡੋਰ ਹੈ ਜ਼ਿਆਦਾ ਬਾਹਰ ਨਹੀਂ ਨਿਕਲ ਸਕਦੇ ਉਹਨਾਂ ਨੂੰ ਆਪਣੀ ਸਪਲੀਮੈਂਟੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ। ਇਹ ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਦਿਓ, ਕਿਉਂਕਿ ਇੱਕ ਬੋਟਲ ਹਰ ਹਫਤੇ ਤੁਸੀਂ ਲਓਗੇ, ਜੇ ਤੁਸੀਂ 8 ਹਫਤੇ ਤੱਕ ਲੈਂਦੇ ਹੋ ਤੁਹਾਡਾ ਕੁਝ ਲੈਵਲ ਨਾਰਮਲ ਆ ਜਾਏਗਾ। ਉਸ ਤੋਂ ਬਾਅਦ ਤੁਸੀਂ ਚੈੱਕ ਵੀ ਕਰਾ ਸਕਦੇ ਹੋ, ਤੁਸੀਂ ਚੈੱਕ ਕਰਾਓ, ਦੇਖੋ ਤੁਹਾਡਾ ਲੈਵਲ ਕਿੰਨਾ ਹੈ, ਉਸ ਤੋਂ ਬਾਅਦ ਤੁਸੀਂ ਉਹਨੂੰ ਹੋਰ ਸਪਲੀਮੈਂਟ ਕਰ ਸਕਦੇ ਹੋ। ਇੱਕ ਬੋਡੀ ਦੇ ਵਿੱਚ ਇੱਕ ਜਿਵੇਂ ਮੇਰੇ ਵਰਗੇ ਇਨਸਾਨ ਜਾਂ ਤੁਹਾਡੇ ਵਰਗੇ ਇਨਸਾਨ ਦੇ ਬੋਡੀ ਦੇ ਵਿੱਚ ਕਿੰਨਾ ਵਿਟਾਮਿਨ ਡੀ ਹੋਣਾ ਚਾਹੀਦਾ, ਉਹਦਾ ਲੈਵਲ ਕੀ ਹੋਣਾ ਚਾਹੀਦਾ? ਐਕਚੁਅਲੀ ਜਿਹੜੀ ਨਾਰਮਲ ਲੈਵਲ ਹੈ ਉਹ 50 ਤੋਂ 70 ਤੱਕ ਜੇ ਨਾਰਮਲ ਹੋਵੇ ਤਾਂ ਨਾਰਮਲ ਹੁੰਦਾ ਹੈ, ਔਰ 20 ਤੋਂ ਜੇ ਘੱਟ ਹੋਵੇ ਤਾਂ ਬਹੁਤ ਘੱਟ ਹੈ। ਇਹਦਾ ਮਤਲਬ ਤੁਹਾਡੀਆਂ ਈਵਨ ਤੁਹਾਨੂੰ ਫ੍ਰੈਕਚਰਸ ਵੀ ਹੋ ਸਕਦੇ ਹਨ ਸਪੌਂਟੇਨੀਅਸ। ਔਰ ਵਿਟਾਮਿਨ ਡੀ ਦੇ ਹੋਰ ਵੀ ਬਹੁਤ ਰੋਲ ਹੈ, ਇੱਕ ਇਮਿਊਨਿਟੀ 'ਚ ਤਾਂ ਬਹੁਤ ਵੱਡਾ ਰੋਲ ਹੈ ਹੀ ਹੈ, ਲੇਕਿਨ ਤੁਹਾਡੀ ਜਿਹੜੀ ਹੱਡੀਆਂ ਹੈ ਉਹ ਵੀ ਮਜ਼ਬੂਤ ਰਹਿਣਗੀਆਂ ਜੇ ਤੁਸੀਂ ਵਿਟਾਮਿਨ ਥੋੜਾ ਨਾਰਮਲ ਹੋਵੇ। ਕੈਲਸ਼ੀਅਮ ਹੀ ਨਹੀਂ ਅੰਦਰ ਜਾਏਗਾ, ਔਰ ਕੈਲਸ਼ੀਅਮ ਵੀ ਇਮਿਊਨਿਟੀ ਦੇ ਵਿੱਚ ਕਾਫੀ ਰੋਲ ਪੈਦਾ ਕਰਦਾ ਹੈ, ਤਾਂ ਉਹ ਅਲਟੀਮੇਟਲੀ ਸਾਡਾ ਬੋਡੀ ਦਾ ਸਿਸਟਮ ਹੈ ਉਹ ਸਹੀ ਰਹੇਗਾ। ਸੋ ਤੁਸੀਂ ਇਹ ਕਹਿ ਰਹੇ ਹੋ ਕਿ ਸਿਰਫ ਵਿਟਾਮਿਨ ਡੀ ਸਭ ਤੋਂ ਪਹਿਲਾਂ ਬੇਸਿਕ, ਜੇ ਕੋਵਿਡ ਨਾਲ ਲੜਾਈ ਲੜਨੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਇੰਡੀਆ ਦੇ ਲੋਕਾਂ ਨੂੰ ਆਪਣਾ ਵਿਟਾਮਿਨ ਡੀ ਆਪਣਾ ਪੂਰਾ ਕਰਨਾ ਚਾਹੀਦਾ ਹੈ। ਇੱਕ ਬੇਸ ਅਸੀਂ ਤਿਆਰ ਕਰ ਲਈਏ ਤਾਂ ਅਸੀਂ ਫਾਈਟਰ ਬਣ ਜਾਵਾਂਗੇ। ਸਭ ਤੋਂ ਪਹਿਲਾਂ ਮਤਲਬ ਜੇ ਤੁਹਾਨੂੰ ਇਸ ਆਪਣੀ ਬੋਡੀ ਨੂੰ ਸਟਰੋਂਗ ਕਰਨਾ ਹੈ, ਬਾਕੀ ਸਾਰਾ ਕੁਝ ਤਾਂ ਦੇਖੋ ਆਪਾਂ ਡਾਈਟ ਤੋਂ ਲੈ ਲੈਂਦੇ ਹਾਂ। ਵਿਟਾਮਿਨ ਡੀ ਇੱਕ ਐਸੀ ਚੀਜ਼ ਹੈ ਜਿਹੜੀ ਆਪਾਂ ਡਾਈਟ ਤੋਂ ਨਹੀਂ ਲੈ ਸਕਦੇ, ਤਾਂ ਇਸ ਲਈ ਆਪਾਂ ਨੂੰ ਬਹੁਤ ਧਿਆਨ ਦੇਣਾ। ਔਰ ਅੱਜ ਕੱਲ੍ਹ ਅਸੀਂ ਬਾਹਰ ਨਹੀਂ ਜਾ ਰਹੇ, ਜ਼ਿਆਦਾ ਲੋਕ ਆਪਾਂ ਇੰਡੋਰ ਰਹਿ ਰਹੇ ਹਾਂ ਲੋਕਡਾਊਨ ਹੋਣ ਕਾਰਨ, ਧੁੱਪ ਅਸੀਂ ਲੈ ਨਹੀਂ ਰਹੇ। ਜੇ ਅਸੀਂ ਬਾਹਰ ਜਾ ਵੀ ਰਹੇ ਹਾਂ ਅਸੀਂ ਸਨਸਕ੍ਰੀਨ ਲਗਾ ਕੇ ਜਾ ਰਹੇ ਹਾਂ,
ਅਸੀਂ ਕਵਰ ਹੋ ਕੇ ਜਾ ਰਹੇ ਹਾਂ, ਮੂੰਹ ਤੇ ਕੱਪੜੇ ਲਗਾ ਕੇ ਜਾ ਰਹੇ ਹਾਂ, ਤੇ ਸਾਡੇ ਨਾਲ ਸਨਲਾਈਟ ਤਾਂ ਸਾਨੂੰ ਅਬਜ਼ੌਰਬ ਹੀ ਨਹੀਂ ਹੁੰਦੀ। ਤੇ ਜੇ ਅਸੀਂ ਉਹਨੂੰ ਅਬਜ਼ੌਰਬ ਕਰਨਾ, ਸਾਨੂੰ 1 ਘੰਟਾ ਬਾਹਰ ਬੈਠਣਾ ਪਏਗਾ। ਜੋ ਅਸੀਂ ਕਰਾਂਗੇ ਤੇ ਨਹੀਂ ਕਰ ਸਕਦੇ ਤਾਂ ਸਾਨੂੰ ਸਪਲੀਮੈਂਟਸ ਲੈਣੇ ਪੈਣਗੇ। ਸਪਲੀਮੈਂਟਸ ਲਾਵਾਂਗੇ ਤਾਂ ਸਾਡਾ ਨੈਚੁਰਲੀ ਫਿਰ ਨਾਰਮਲ ਹੋ ਜਾਏਗਾ। ਸੋ ਦੋਨਾਂ 'ਚੋਂ ਜੋ ਵੀ ਤੁਸੀਂ ਕਰ ਸਕਦੇ ਹੋ ਉਹ ਕਰੋ। ਤੇ ਸਭ ਤੋਂ ਇੰਪੋਰਟੈਂਟ ਜਿਹੜਾ ਤੁਹਾਡੀ ਆਰਮੀ ਹੈ ਉਹ ਵਿਟਾਮਿਨ ਡੀ ਹੈ, ਇਹਨੂੰ ਪੂਰਾ ਕਰੋ। ਬਹੁਤ ਸਸਤਾ ਇਲਾਜ ਹੈ ਲੇਕਿਨ ਬਹੁਤ ਕਾਰਗਰ ਉਪਾਅ ਹੈ ਇਹ ਤੁਹਾਡੀ ਬਾਡੀ ਦੀ ਇਮਿਊਨਿਟੀ ਨੂੰ ਬਣਾਉਣ ਵਾਸਤੇ। ਥੈਂਕ ਯੂ ਜੀ। ਤੇ ਦੋਸਤੋ ਇਹ ਸੀਗੇ ਡਾਕਟਰ ਉਪਮਾ ਰਲਨ। ਇਹਨਾਂ ਨੇ ਬੜਾ ਵਧੀਆ ਇੱਕ ਚੀਜ਼ ਦੱਸੀ ਹੈ ਕਿ ਫ੍ਰੀ ਦੇ ਭਾਅ 'ਚ ਤੁਹਾਨੂੰ ਕਰੋੜਾਂ ਦੀ ਆਪਣੀ ਇੱਕ ਇਨਫੋਰਮੇਸ਼ਨ ਦਿੱਤੀ ਹੈ ਕਿ ਸਿਰਫ ਔਰ ਸਿਰਫ ਅਸੀਂ ਰੋਜ਼ ਅੱਧਾ ਘੰਟਾ ਅਗਰ ਆਪਣੀ ਬਾਡੀ, ਇੱਕ ਚੀਜ਼ ਇਹਨਾਂ ਨੇ ਬੜੀ ਇੰਪੋਰਟੈਂਟ ਕਹੀ ਹੈ ਕਿ ਸਾਡੀ ਸਕਿਨ 'ਤੇ ਉਹ ਜਿਹੜਾ ਸਨ ਰਾਈਜ਼ਸ ਜਿਹੜੇ ਹੈ ਥੋੜ੍ਹੀ ਜਿਹੀ ਪੈਣੀਆਂ ਚਾਹੀਦੀਆਂ, ਸੂਰਜ ਦੀ ਜਿਹੜੀ ਕਿਰਨਾਂ ਪੈਣੀਆਂ ਚਾਹੀਦੀਆਂ। ਸੋ ਅੱਧਾ ਘੰਟਾ ਜੇ ਰੋਜ਼ ਅਸੀਂ ਆਪਣੇ ਰੋਜ਼ ਇੱਕ ਨਿਯਮ ਬਣਾ ਲਈਏ ਕਿ ਅਸੀਂ ਧੁੱਪ ਦੇ ਵਿੱਚ ਬੈਠ ਜਾਈਏ ਆਪਣੇ ਬੱਚਿਆਂ ਨਾਲ, ਆਪਣੇ ਬਜ਼ੁਰਗਾਂ ਨਾਲ, ਤੇ ਅਸੀਂ ਇੱਕ ਫਾਈਟਰ ਬਣ ਜਾਵਾਂਗੇ। ਸਾਡੇ 'ਚ ਇੱਕ ਨਾਰਮਲ ਇਨਸਾਨ ਨਾਲੋਂ ਜ਼ਿਆਦਾ ਇੱਕ ਕੈਪੈਸਿਟੀ, ਇੱਕ ਜ਼ਿਆਦਾ ਫਾਈਟਿੰਗ ਦੀ ਜਿਹੜੀ ਪਾਵਰ ਆ ਜਾਂਦੀ ਹੈ ਇਸ ਕੋਵਿਡ ਵਰਗੇ ਲੜਾਈ ਨੂੰ ਜਿੱਤਣ ਲਈ। ਸੋ ਇਹ ਸੀਗੀ ਇੱਕ ਇਨਫੋਰਮੇਸ਼ਨ ਜਿਹੜੀ ਕਿ ਇਹਨਾਂ ਨੇ ਬਹੁਤ ਹੀ, ਅਸੀਂ ਇਹਨਾਂ ਦਾ ਸਪੈਸ਼ਲ ਧੰਨਵਾਦ ਕਰਾਂਗੇ ਕਿ ਜਿਹੜਾ ਇਹਨਾਂ ਨੇ ਆਪਣੀ ਇੱਕ ਰਿਸਰਚ ਸਾਨੂੰ ਦੱਸੀ। ਤੇ ਇੱਦਾਂ ਹੀ ਹੋਰ ਵੀ ਇੰਟਰਸਟਿੰਗ ਚੀਜ਼ਾਂ ਨਾਲ ਤੁਹਾਨੂੰ ਜਾਣੂ ਕਰਾਉਂਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।